ਜਿਉਂਦੇ ਜੀ ਰੱਬ ਕੁਛ ਨਹੀਂ ਕਹਿੰਦਾ ਕਿਸੇ ਨੂੰ, ਕਿਉਂਕਿ ਉਹ ਕਹਿੰਦਾ ਮੈਂ ਨਹੀਂ ਕੁਛ ਕਹਿੰਦਾ। ਕਲਯੁਗ ਨੂੰ ਕਿਹੜਾ ਕੁਛ ਕਹਿੰਦੇ ਮਹਾਰਾਜ। ਮਹਾਰਾਜ ਕਹਿੰਦੇ ਮੈਂ ਰਾਜ ਇੱਕ ਵਾਰ ਦੇਤਾ, ਤੋੜ ਦੋ ਬਸ, ਕਰ ਬਈ। ਗਲਤੀਆਂ ਕਰਦਾ ਉਹ ਕਹਿੰਦੇ ਬਾਅਦ ਚ ਦੇਖਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਲਯੁਗ ਨੂੰ, ਕਹਿੰਦੇ ਤੈਨੂੰ ਤੇਰੇ ਰਾਜ ਵਿੱਚ ਮੈਂ ਕੁਝ ਨਹੀਂ ਕਹਿੰਦਾ, ਪਰ ਅੰਤ ਜਦੋਂ ਤੇਰਾ ਹੋਣਾ ਸੰਗਲੀਆਂ ਮੈਂ ਹੀ ਪਾਉਣੀਆਂ, ਹਿਸਾਬ ਮੈਂ ਹੀ ਲੈਣਾ। ਫੇਰ ਡਰ ਗਿਆ, ਕਹਿੰਦਾ ਮਹਾਰਾਜ ਮੇਰੇ ਤੇ ਤਰਸ ਕਰੋ, ਮੈਨੂੰ ਤੁਸੀਂ ਇਦਾਂ ਨਾ ਕਰੋ, ਮੈਨੂੰ ਕੋਈ ਰਾਹ ਵੀ ਦੱਸੋ। ਕਹਿ ਰਹੇ ਭਾਈ ਇੱਕ ਗੱਲ ਹੈ, ਮੇਰੇ ਸਿੱਖਾਂ ਨੂੰ ਤੰਗ ਨਾ ਕਰੀ, ਫਿਰ ਮੇਰੀ ਸੰਗਤ ਨੂੰ ਤੰਗ ਨਾ ਕਰੀ, ਸੰਗਤ ਦੇ ਵਿੱਚ ਨਾ ਜਾਈ। ਕਹਿੰਦੇ ਮਹਾਰਾਜ ਕੜਾਹ ਪ੍ਰਸ਼ਾਦ ਤਾਂ ਲੈਣ ਦੀ ਆਗਿਆ, ਕਹਿੰਦੇ ਜਦੋਂ ਉਹ ਵਰਤੂਗਾ ਉਦੋਂ ਮਾੜਾ ਜਿਹਾ ਚਲਾ ਜਾਈ ਵਿੱਚ, ਕਹਿ ਹੁੰਦੀ ਮਾੜੀ ਜਦੋਂ ਫਿਰ ਜੋੜਿਆਂ ਤੱਕ ਰਹਿੰਦਾ ਇਹ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਤਾ ਸੀ ਸੰਗਲੀਆਂ ਅਸੀਂ ਹੀ ਪਾਉਣੀਆਂ। ਤੇ ਇਸ ਕਰਕੇ ਸਾਧ ਸੰਗਤ ਜੀ ਮੈਂ ਤਾਂ ਇੱਕ ਤੁਹਾਨੂੰ ਕਹੂੰਗਾ, ਮੈਂ ਸਾਰਿਆਂ ਨੂੰ ਕਹਿਣਾ, ਤੁਹਾਨੂੰ ਹਾਲੇ ਤੱਕ ਗੁਰੂ ਗ੍ਰੰਥ ਸਾਹਿਬ ਦਾ ਹੀ ਨਹੀਂ ਪਤਾ ਲੱਗਿਆ ਕੌਣ ਹੈ। ਤੁਹਾਨੂੰ ਵਾਹਿਗੁਰੂ ਮੰਤਰ ਮੂਲ ਮੰਤਰ ਦਾ ਹੀ ਗਿਆਨ ਨਹੀਂ ਹੋ ਸਕਿਆ। ਜਦੋਂ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਸੀ ਪਿਤਾ ਜੀ ਆਪ ਚੱਲੇ ਹੋ, ਹੈ ਗੁਰੂ ਸਾਹਿਬ ਜੀ ਚੱਲੇ ਹੋ, ਤੁਹਾਡੇ ਦਰਸ਼ਨ ਕਿਵੇਂ ਕਰਾਂਗੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆੜਾ ਜਪਜੀ ਸਾਹਿਬ ਹੈ ਇਹ ਮੈਂ ਹੀ ਆ, ਮੇਰਾ ਹੀ ਰੂਪ ਹੈ, ਮੈਂ ਸ਼ਬਦ ਰੂਪ ਧਾਰ ਲਿਆ ਹੁਣ। ਕਰੇ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਜੋ ਸ਼ੁਰੂ ਪਹਿਲੀਆਂ ਪੌੜੀ ਤੇ ਮੇਰਾ ਸੀਸ ਬਣਨਾ ਸ਼ੁਰੂ ਹੋ ਜਾਊਗਾ। ਹੌਲੀ ਹੌਲੀ ਮੈਂ ਜਦੋਂ ਜਿੰਨੀ ਨਾਮ ਧਿਆ ਤੇ ਗਾਉਂਗੇ ਮੈਂ ਸੰਪੂਰਨ ਰੂਪ ਵਿੱਚ ਤੁਹਾਡੇ ਸਾਹਮਣੇ ਖੜਾ ਹੋਵਾਂਗਾ, ਤੁਸੀਂ ਉਦੋਂ ਮੇਰੇ ਦਰਸ਼ਨ ਕਰ ਲਿਆ ਕਰਨੇ। ਪਰ ਤੁਹਾਡੇ ਦਾ ਧਿਆਨ ਹੀ ਕਿਤੇ ਹੋਰ ਚਲੇ ਗਏ। ਤੁਹਾਡੀ ਬਹੁਤ ਸਿਫਾਰਿਸ਼ ਕਰਾਉਣੇ ਆ ਸੰਤਾਂ ਤੋਂ, ਕਈਆਂ ਤੋਂ ਵੀ ਆ ਸਿੱਖ ਕੌਮ ਹੈ ਕਿਰਪਾ ਕਰ ਦਿਓ। ਕਹਿੰਦੇ ਕਿਹੜੀ ਕੌਮ। ਮਹਾਰਾਜ ਦਸਵੇਂ ਪਾਤਸ਼ਾਹ ਤੁਹਾਨੂੰ ਕਹਿੰਦੇ ਇਹ ਕਿਹੜੀ ਕੌਮ। ਕੋਈ ਇੱਕ ਸਿੱਖ ਲਿਆਓ ਜਿਹਨੇ ਮੇਰੀ ਕਹੀ ਹੋਈ ਮਰਿਆਦਾ ਦੇ ਉੱਤੇ ਪਹਿਰਾ ਦਿੱਤਾ ਹੋਵੇ। 1699 ਚ ਮੈਂ 1708 ਤੱਕ ਮਰਿਆਦਾ ਜਿਹੜੀ ਬਣਾਈ ਉਹ ਕਿਸੇ ਨੇ ਕਮਾਈ ਹੋਵੇ। ਤੇ ਇਸ ਕਰਕੇ ਆ ਵੀ ਕਿਹੜਾ ਸਿੱਖ, ਕਿਹੜੀ ਮਰਿਆਦਾ, ਕਿਸੇ ਕੋਲ ਕੁਝ ਨਹੀਂ ਹੈ। ਕਹਿਣ ਮਾਤਰਾ ਵੀ ਮੈਂ ਸਿੱਖ ਹਾਂ, ਸਿੱਖ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ। ਇੱਕ ਵਾਰ ਮਹਾਰਾਜ ਨੂੰ ਕਿਸੇ ਮਹਾਂਪੁਰਖ ਨੇ ਪੁੱਛਿਆ ਸੀ ਵੀ ਇਸ ਟਾਈਮ ਦੁਨੀਆ ਅੰਦਰ ਤੁਹਾਡੇ ਕਿੰਨੇ ਸਿੱਖ ਨੇ। ਆ ਹੁਣ ਦੀ ਗੱਲ ਹੈ, 2-4 ਸਾਲ ਦੀ। ਕਹਿੰਦੇ ਇਸ ਵਕਤ 1000 ਦੇ ਕਰੀਬ ਸਾਡਾ ਸਿੱਖ ਹੈ, ਜਿਹੜਾ ਭਾਈ ਪੰਜਾਂ ਪਿਆਰਿਆਂ ਨੂੰ 1 ਸਕਿੰਟ ਚ ਸੀਸ ਦੇਣ ਨੂੰ ਤਿਆਰ ਹੈ। ਬਾਕੀ ਤਾਂ ਸਭ ਰੋਟੀਆਂ ਖਾਣੇ ਇਕੱਠੇ ਹੋਏ ਗਏ। ਇਹ ਰੋਟੀਆਂ ਖਾਣੇ ਸਿੱਖ ਨੇ। ਇਸ ਕਰਕੇ ਉਸ ਲਾਈਨ ਚ ਆਓ, ਉਸ ਕਤਾਰ ਚ ਆਓ ਵੀ ਮਹਾਰਾਜ ਜੀ ਸਾਨੂੰ ਵੀ ਪ੍ਰਵਾਨ ਕਰ ਲਓ ਵੀ ਅਸੀਂ ਵੀ ਸਿੱਖ ਬਣ ਸਕੀ। ਆਪ ਜੀ ਦੇ ਸਾਡੇ ਤੇ ਰਹਿਮਤਾਂ ਭਰਿਆ ਹੱਥ ਰੱਖੋ। ਉਹ ਇਸ ਕਰਕੇ ਆ ਵੀ ਇਹ ਜਿਹੜਾ ਅਸਲ ਜਿਹੜਾ ਤੁਸੀਂ ਕਹਿੰਦੇ ਮੇਰੇ ਬੈਂਕ ਜਮਾ ਹੋ ਗਏ, ਜਦੋਂ ਚੜ੍ਹਾਈ ਕਰਕੇ ਬੈਂਕ ਵਾਲੇ ਤਾਂ ਇੱਥੇ ਰਹਿ ਜਾਣਾ। ਜੇ ਤੁਸੀਂ ਨਿਰੰਕਾਰ ਦੇ ਬੈਂਕ ਜਮਾ ਕਰਾ ਦਿਓ, ਉਹ HSBC ਇੱਕ ਬੈਂਕ ਆ, ਵਰਲਡ ਲੈਵਲ ਦਾ ਬੈਂਕ ਆ, ਕਿਤੇ ਜਮਾ ਕਰਾਓ, ਕਿਤੇ ਮਰਜੀ ਜਾ ਕੇ ਕਿਸੇ ਦੇਸ਼ ਕਢਾ ਲਓ। ਪਰ ਜਿਹੜਾ ਨਿਰੰਕਾਰ ਜੀ ਦਾ ਬੈਂਕ ਆ ਉਹ ਇੱਥੋਂ ਲੈ ਕੇ 3 ਲੋਕਾਂ ਵਿੱਚ ਪਤਾਲ ਤੱਕ ਹਾਜ਼ਰ ਹੈ। ਜਿੰਨਾ ਜਮਾ ਕਰੋਗੇ ਉਨਾ ਹੀ ਲੈ ਲਓਗੇ ਬਸ। ਮਹਾਰਾਜ ਜੀ ਤਾਂ ਕਹਿੰਦੇ ਉਹ ਬੈਂਕ ਵਿੱਚ 6% ਵਿਆਜ ਮਿਲਦਾ, ਉੱਥੇ 4 ਮਿਲਦਾ, ਉੱਥੇ 8 ਮਿਲਦਾ, 10 ਮਿਲਦਾ। ਇੱਥੇ 1 ਰੁਪਈਆ ਜਮਾ ਕਰਾਓ, 99 ਰੁਪਏ ਉਹ ਪਾ ਕੇ ਤੁਹਾਡਾ ਇਹਦਾ 100 ਬਣਾ ਦੇਣਾ ਹੁੰਦਾ। ਐਡਾ ਵਿਆਜ ਮਿਲਦਾ ਇੱਥੇ। ਇੱਥੇ ਇੱਕ ਵਾਰ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, 99 ਉਹਨੇ ਕੋਲੋਂ ਪਾ ਦੇਣੇ। ਉਹ ਕਿੱਦਾਂ? ਇਹ ਵੀ ਤਰੀਕਾ ਹੈ। ਮੰਨ ਲਓ ਉੱਥੇ ਹੁਣ ਇੱਥੇ 300 ਜਾਣਾ ਬੈਠਾ, 500 ਜਾਣਾ ਬੈਠਾ, ਇੱਕ ਵਾਰ ਵਾਹਿਗੁਰੂ ਕਿਹਾ ਉਹ 500 ਵਾਰ ਕਿਹਾ ਗਿਆ, ਇੱਕ ਨੂੰ 500 ਵਾਰ ਦਾ ਫਲ ਮਿਲ ਗਿਆ। ਕੀ ਹੋਰ ਇਸ ਤੋਂ ਵੱਧ ਕੀ ਵਪਾਰ ਚਾਹੀਦਾ? ਤੂੰ ਹੀ 16 ਵਾਰ ਕਹੋ, 16000 ਵਾਰ ਦਾ ਫਲ ਮਿਲ ਗਿਆ। ਸ਼ਬਦ ਹਜ਼ਾਰੇ ਹੈ, 5-7 ਸ਼ਬਦ ਪੜ੍ਹੇ ਆ ਪਰ 1000 ਸ਼ਬਦ ਦਾ ਫਲ ਮਿਲ ਗਿਆ। ਇਹ ਵਪਾਰ ਕਰਨਾ ਵੀ ਇਹੋ ਵਪਾਰ ਵਿਰਲਾ ਵਪਾਰ ਹੈ। ਨਾਨਕ ਤਾਕਾ ਸਦ ਬਲਿਹਾਰ। ਸੋ ਬਹੁਤ ਜਿਹੜੀਆਂ ਪੜ੍ਹਾਈਆਂ ਕਰਨੀਆਂ ਸਾਧ ਸੰਗਤ ਦੇ ਨਾਲ ਬੰਦਾ ਇੱਕ ਪਾਸੇ ਤਾਂ ਤੇਜ਼ ਹੋ ਜਾਂਦਾ ਪਰ ਗੁਰਮਤਿ ਵੱਲੋਂ ਟੁੱਟ ਜਾਂਦਾ। ਹੁਣ ਇੱਕ ਡਾਕਟਰ ਹੈ, ਉਹਨੂੰ ਆਕੜ ਚੜੀ ਹੁੰਦੀ ਮੈਂ MBBS MD DM ਕੀਤੀ ਹੈ, ਤਾਂ ਉਹਨੂੰ ਪੁੱਛਦੇ ਆ ਵੀ ਡਾਕਟਰ ਸਾਹਿਬ ਆਹ ਇੱਥੇ ਪਿੱਛੇ ਨਦੀ ਹੈ, ਇਹਦੇ ਤੇ ਪੁਲੀ ਬਣਾ ਛੱਡੋ, ਤੁਸੀਂ ਡਾਕਟਰ ਹੋ। ਕਹਿੰਦਾ ਇਹ ਕੰਮ ਮੈਂ ਥੋੜੀ ਕਰ ਸਕਦਾ।
ਉਹਨੂੰ ਲਿਆ ਕੇ ਨਦੀ ਤੇ ਖੜਾਓ ਖਾਂ, ਉਹ ਤਾਂ ਆਪਣਾ ਨਿੱਕੀ ਜਿਹਾ ਬੈਗ ਜੇ ਚੱਕੂਗਾ, ਉਹਦੇ ਚ ਇੰਜੈਕਸ਼ਨ ਹੋਣਗੇ, ਹੋਰ ਵੀ ਇਹਦੇ ਨਾਲ ਪੁਲ ਬਣਨਾ। ਡਾਕਟਰ ਉੱਥੇ ਅਨਪੜ੍ਹ ਬਣ ਗਿਆ ਜਾ ਕੇ। ਇੱਕ ਇੰਡੀਅਨ ਨੂੰ ਕਹੋ ਤੂੰ ਅੱਖ ਦਾ ਆਪਰੇਸ਼ਨ ਕਰ ਦੇ, ਉਹ ਕਹਿੰਦੇ ਮੈਂ ਇਹ ਆਪਰੇਸ਼ਨ ਨਹੀਂ ਕਰ ਸਕਦਾ। ਇਹ ਤਾਂ ਇੱਕ ਬੰਦੇ 'ਚ ਪੜ੍ਹਾਈ ਕਰਨ ਨਾਲ ਇੱਕ ਗੁਣ ਹੀ ਆਉਂਦਾ, ਇੱਕ ਵਿਦਿਆ ਹੀ ਆਉਂਦੀ ਹੈ। ਪਰ ਬ੍ਰਹਮ ਗਿਆਨੀ ਨੂੰ 14 ਵਿਦਿਆ ਸਫੁਰਨ ਹੁੰਦੀਆਂ। ਉਹ ਵੀ ਗੱਲ ਆਪਾਂ ਕਰ ਲੈਂਦੇ ਵੀ ਇਹ ਕੀ ਚੀਜ਼ ਆ। ਹੁਣ 6ਵੇਂ ਪਾਤਸ਼ਾਹ ਕੋਲ ਪਹਿਲਾਂ ਜਿਹੜਾ ਸਿੱਖ ਆ ਉਹਦੀ ਗੱਲ ਕਰਦੇ ਆ। ਉਹ ਮੈਂ ਇੱਕ ਵਾਰ ਸਾਖੀ ਸੁਣਾਈ। ਫਿਰ ਅੱਜ ਕੱਲ ਦੇ ਲੋਕ ਨਾ ਟੈਕਨੀਕਲੀ ਬੜੇ ਆ, ਪੜ੍ਹੇ ਲਿਖੇ ਬੜੇ ਆ, ਕੁਐਸਚਨ ਬੜਾ ਕਰਦੇ ਆ। ਉਹ ਸਿੱਖ ਦਾ ਨਾਂ ਦੱਸੋ ਜੀ, ਮੈਂ ਫਿਰ ਨਾਂ ਲੱਭਿਆ ਢਾਕੇ ਤੋਂ। ਅਸੀਂ ਮੋਹਨ ਨਾਮੇ ਸਿੱਖ, ਉਹਦਾ ਨਾਂ ਸੀ ਭਾਈ ਮੋਹਨ। ਉਹ ਕਹਿੰਦਾ ਮਹਾਰਾਜ ਇੱਕ ਨਹੀਂ ਸਮਝ ਲੱਗੀ ਵੀ ਇਹ ਤੁਹਾਡਾ ਸਰੀਰ ਸਾਡੇ ਵਰਗਾ ਹੀ ਆ। ਤੁਹਾਨੂੰ ਸਤਿਗੁਰ ਕਹਿੰਦੇ ਨੇ, ਸਾਨੂੰ ਸਿੱਖ ਕਹਿੰਦੇ ਨੇ, ਇਹ ਬਾਬਾ ਬੁੱਢਾ ਜੀ ਨੇ ਇਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਇਹ ਦੇਖਣ ਨੂੰ ਤਾਂ ਸਾਰੇ ਆਪਾਂ ਇੱਕੋ ਜਿਹੇ ਲੱਗਦੇ ਹੁੰਦੇ, ਤੇ ਫਰਕ ਕੀ ਆ ਆਪਣੇ 'ਚ? ਮਹਾਰਾਜ ਬਹੁਤ ਹੱਸੇ, ਕਹਿੰਦੇ ਇਹ ਸਵਾਲ ਤੇਰਾ ਸਹੀ ਹੈ। ਸੰਗਤ ਵੀ ਬੜੀ ਆਖੇ ਵੀ ਕਿੰਨੀ ਹਿੰਮਤ ਕੀਤੀ, ਏਡੀ ਵੱਡੀ ਗੱਲ ਕਰ ਲਈ ਗੁਰਾਂ ਨਾਲ। ਮਹਾਰਾਜ ਜੀ ਕਹਿੰਦੇ ਅੰਦਰਲੀ ਅਵਸਥਾ ਦਾ ਫਰਕ ਹੁੰਦਾ, ਬਾਹਰੋਂ ਦੇਖਣ ਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਹੁੰਦੇ ਆ। ਤੁਰੇ ਜਾਂਦੇ ਬੰਦੇ ਦਾ ਕੀ ਪਤਾ ਇਹ ਕੌਣ ਹੈ। ਉਸ ਵਕਤ ਮਹਾਰਾਜ ਜੀ ਕਹਿੰਦੇ ਮੈਂ ਕਹਿ ਸਕਦਾ ਕਿ ਮੈਂ ਬ੍ਰਹਮ ਹਾਂ, ਇਹ ਤੂੰ ਨਹੀਂ ਕਹਿ ਸਕਦਾ, ਤੂੰ ਤਾਂ ਹਲੇ ਸਿੱਖੀ ਹੈ, ਕਿਉਂਕਿ ਤੇਰੇ ਅੰਦਰ ਹਲੇ ਬ੍ਰਹਮ ਵਾਲੀ ਕੋਈ ਗੱਲ ਨਹੀਂ ਹੈ। ਸੋ ਹੰ ਮੈਂ ਕਹਿ ਸਕਦਾ, ਤੂੰ ਸੋ ਹੰ ਕਹਿ ਨਹੀਂ ਸਕਦਾ। ਜਦ ਇੱਕ ਵਾਰ ਸਮੁੰਦਰ ਦੇ ਉੱਤੇ ਤੁਰਨ ਲੱਗ ਪਏ ਗੁਰੂ ਨਾਨਕ ਸਾਹਿਬ, ਬਾਲਾ ਮਰਦਾਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਾ, ਭਾਈ ਵਾਹਿਗੁਰੂ ਵਾਹਿਗੁਰੂ ਕਰਦੇ ਆਓ ਮੇਰੇ ਮਗਰ ਮਗਰ। ਭਾਈ ਬਾਲਾ ਜੀ ਨੂੰ ਵੀ ਕਿਹਾ। ਗੁਰੂ ਨਾਨਕ ਦੇਵ ਜੀ ਕਰਨ ਲੱਗ ਪਏ ਸੋ ਹੰ ਸੋ ਹੰ ਸੋ ਹੰ, ਪਾਣੀ ਦੇ ਉੱਤੇ ਤੁਰੇ ਜਾਂਦੇ। ਭਾਈ ਮਰਦਾਨਾ ਜੀ ਨੂੰ ਆਦਤ ਸੀ ਥੋੜਾ ਮੂਹਰੇ ਹੋ ਕੇ ਸੁਣਿਆ ਵੀ, ਆਪ ਵੱਡਾ ਜਾਪ ਸਾਨੂੰ ਛੋਟਾ। ਉਸ ਵਕਤ ਕਹਿੰਦਾ ਭਾਈ ਮਰਦਾਨਾ ਜੀ ਕਹਿਣ ਲੱਗੇ ਸੋ ਹੰ ਕੀਤਾ, ਉਹ ਡੁੱਬ ਗਏ ਸਮੁੰਦਰ 'ਚ। ਔਰ ਜਦੋਂ ਐ ਹੱਪ ਹੱਪ ਜਿਹਾ ਕਰਨ ਲੱਗੇ, ਭਾਈ ਬਾਲਾ ਕਹਿੰਦਾ ਮਹਾਰਾਜ ਜੀ ਇਹ ਤਾਂ ਡੁੱਬ ਚੱਲਿਆ। ਕਹਿੰਦੇ ਵਾਹਿਗੁਰੂ ਕਹਿ, ਵਾਹਿਗੁਰੂ। ਜਦ ਵਾਹਿਗੁਰੂ ਕਿਹਾ ਉਹ ਪਾਣੀ ਦੇ ਉੱਪਰ ਆ ਗਏ। ਫੇਰ ਸਤਿਗੁਰਾਂ ਨੇ ਦੱਖਣੀ ਓਂਕਾਰ ਲਿਖਿਆ, ਗੁਰ ਕਹਿਆ ਸਾਕਾਰ ਕਮਾਵੋ। ਤੁਹਾਨੂੰ ਜਿਹੜੀ ਕਾਰ ਕਹੇ, ਤੁਸੀਂ ਕਹੋ ਇਹ ਅੰਮ੍ਰਿਤ ਛਕ, ਤੁਹਾਨੂੰ ਕਿਹਾ ਅੰਮ੍ਰਿਤ ਛਕ ਲਓ। ਤੁਸੀਂ ਖੜੇ ਹੋ ਕੇ ਕਹੋ ਤੁਸੀਂ ਛਕਿਆ, ਗਾਤਰਾ ਤਾਂ ਪਾਇਆ ਨਹੀਂ ਤੁਸੀਂ, ਨਾ ਕੰਘਾ ਤੁਹਾਡੇ ਕੋਲੇ। ਇਹ ਅੱਜ ਕੱਲ ਦੀ ਜਿਹੜੀ ਬਿਮਾਰੀ ਲੱਗੀ ਹੋਈ, ਤੂੰ ਕੀਤਾ, ਤੂੰ ਕਰਦਾ। ਮਾਸਟਰ ਨੂੰ ਐਵੇਂ ਕਹੀ ਜਾਓ, ਤੂੰ ਤਾਂ ਸਕੂਲ ਦੀ ਵਰਦੀ ਪਾਉਂਦਾ ਨਹੀਂ, ਤੂੰ ਤਾਂ ਕਾਇਦਾ ਫੜਦਾ ਨਹੀਂ, ਤੂੰ ਤਾਂ ਐ ਨਹੀਂ ਕਰਦਾ, ਤੂੰ ਹੋਮਵਰਕ ਨਹੀਂ ਕਰਦਾ। ਉਸ ਉਮਰ ਚੋਂ ਲੰਘ ਚੁੱਕਿਆ। ਉਹ ਪਹਿਲਾਂ ਪੜ੍ਹਿਆ BA MA ਕਰਕੇ MEd ਕੀਤੀ ਹੋਈ ਆ, ਉਹਨੂੰ ਲੋੜ ਨਹੀਂ। ਉਹ ਫੇਰ ਥੋੜੀ ਪਹਿਲੀ ਚ ਬੈਠੂਗਾ।